ਉਸ ਦਿਨ ਐਤਵਾਰ ਹੋਣ ਕਾਰਨ ਮੈਂ ਘਰੇਲੂ ਕੰਮਾਂ 'ਚ ਰੁੱਝਿਆ ਸੀ ਕਿ ਫੋਨ ਦੀ ਘੰਟੀ ਵੱਜੀ। ਵੇਖਿਆ ਤਾਂ ਮੇਰਾ ਦੋਸਤ ਕਸ਼ਮੀਰ ਸੀ। ਹੈਲੋ ਕਰਦੇ ਹੀ ਉਸਨੇ ਕਿਹਾ, ਘਰੇ ਹੀ ਹੈ ਨਾ ਅੱਜ? ਮੇਰੇ ਜਵਾਬ ਤੋਂ ਪਹਿਲਾਂ ਹੀ ਅਗਲਾ ਫਿਰ ਸਵਾਲ ਕਰ ਦਿੱਤਾ, ਕਿਤੇ ਜਾਣ ਦਾ ਪ੍ਰੋਗਰਾਮ ਤੇ ਨਹੀਂ? ਮੈਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਉਹ ਕਾਹਲੀ 'ਚ ਹੈ ਤੇ ਪਰੇਸ਼ਾਨ ਵੀ ਹੈ। ਮੈਂ ਇੱਕੋ ਸਾਹੇ ਦੋਨਾਂ ਸਵਾਲਾਂ ਦਾ ਜਵਾਬ ਦਿੱਤਾ, ਮੈਂ ਅੱਜ ਸਾਰਾ ਦਿਨ ਘਰੇ ਹਾਂ। ਅਗਲੀ ਗੱਲ ਸੀ, ਫਿਰ ਉਸਨੇ ਕਿਹਾ, ਮੈਂ ਬਸ ਹੁਣੇ ਆਇਆ ਤੇ ਤੂੰ ਚਾਹ ਬਣਵਾ ਕੇ ਰੱਖ ਲੈ। ਮੈਂ ਸਮਝ ਗਿਆ ਕਿ ਉਹ ਨੇੜੇ ਹੀ ਹੋਣਾ ਕਿਤੇ। ਮੈਂ ਪਤਨੀ ਨੂੰ ਦੱਸਿਆ ਕਿ ਸ਼ਾਹਾਂ ਦਾ ਕਸ਼ਮੀਰ ਆ ਰਿਹਾ ਹੁਣੇ ਹੀ। ਕਿਆਰੀ 'ਚ ਤੋੜਿਆ ਪੂਦਨਾ ਰਸੋਈ 'ਚ ਰੱਖ ਕੇ ਮੈਂ ਹੱਥ ਪੈਰ ਧੋਣ ਲਈ ਵਾਸ਼ਰੂਮ 'ਚ ਜਾ ਵੜਿਆ। ਅਜੇ ਤੌਲੀਆ ਹੀ ਵਰਤ ਰਿਹਾ ਸੀ ਕਿ ਗੇਟ ਦੀ ਬੈਲ ਬੋਲ ਪਈ। ਮੈਂ ਸਮਝ ਗਿਆ ਕਿ ਕਸ਼ਮੀਰਾ ਆ ਗਿਆ ਹੋਣਾ ਹੈ, ਪਰ ਇੰਨੀ ਕਾਹਲੀ ਮੇਰੀ ਸਮਝ ਤੋਂ ਬਾਹਰ ਸੀ। ਕਸ਼ਮੀਰਾ ਬਚਪਨ ਤੋਂ ਹੀ ਮੇਰਾ ਆੜੀ ਹੈ ਤੇ 10ਵੀਂ ਤੱਕ ਜਮਾਤੀ ਰਿਹਾ ਹੈ। ਮੈਂ ਕਾਲਜ ਚਲੇ ਗਿਆ, ਪਰ ਉਸਦੇ ਬਾਪੂ ਨੇ ਖੇਤੀ ਲਾ ਲਿਆ। ਬਾਅਦ ਵਿੱਚ ਉਹ ਹੋਰ ਕਾਰੋਬਾਰ ਵੀ ਕਰਨ ਲੱਗ ਪਿਆ, ਪਰ ਅੱਖਰੀ ਕਮਜ਼ੋਰੀ ਕਾਰਨ ਵੱਡਾ ਕਾਰੋਬਾਰ ਉਹ ਨਾ ਬਣ ਸਕਿਆ। ਖੈਰ, ਮੇਰੇ ਕੋਲ ਆ ਕੇ ਉਹ ਇੱਧਰ ਉੱਧਰ ਦੀਆਂ ਮਾਰਦਾ ਰਿਹਾ, ਪਰ ਅੱਜ ਕਾਹਲੀ ਵਿੱਚ ਆਉਣ ਵਾਲੇ ਮੁੱਦੇ ਤੇ ਆਉਣ ਤੇ ਉਹ ਝਿਜਕ ਰਿਹਾ ਸੀ। ਤਾੜ ਤਾਂ ਮੈਂ ਵੀ ਲਿਆ ਸੀ, ਪਰ ਸੋਚਿਆ ਆਪੇ ਹੀ ਦੱਸੂਗਾ। ਚਾਹ ਪੀਣ ਤੋਂ ਬਾਅਦ ਅੱਜ ਉਸਨੇ ਪਹਿਲਾਂ ਵਾਂਗ ਨਾਸ਼ਤੇ ਤੋਂ ਨਾ ਕਰ ਦਿੱਤੀ। ਖਾਣ ਟੇਬਲ ਤੋਂ ਪਾਸੇ ਹੋ ਕੇ ਉਸ ਨੂੰ ਅਸਲ ਮੁੱਦੇ ਤੇ ਲਿਆਉਣ ਲਈ ਮੈਂ ਜਾਣ ਕੇ ਛੇੜਿਆ। ਝੋਨੇ ਦੀ ਲਵਾਈ ਮੁਕਾ ਲਈ? ਕਹਿੰਦਾ, ਕਿੱਥੇ ਭਰਾਵਾ, ਲੇਬਰ ਨਹੀਂ ਮਿਲਦੀ। ਕਰੋਨੇ ਕਾਰਨ ਸਾਰੇ ਭਈਏ ਤਾਂ ਬਿਹਾਰ ਯੂਪੀ ਚਲੇ ਗਏ। ਆਖਿਰ ਝਕਦਾ ਬੋਲ ਪਿਆ। ਕਹਿੰਦਾ, ਹਰਮੀਤ ਸਿਆ, ਇਹ ਦੱਸ ਆ ਯਾਰ ਮਾਰ ਕੀ ਹੁੰਦੀ ਹੈ? ਮੈਂ ਸੋਚਿਆ ਤੇਰੇ ਤੋਂ ਜ਼ਿਆਦਾ ਕਿਹਨੂੰ ਪਤਾ ਹੋਊਗਾ। ਮੈਂ ਸਹਿਜ ਜਿਹੇ ਨਾਲ ਕਿਹਾ ਕਿ ਅਸਲ ਭਾਵ ਤਾਂ ਇਸ ਦਾ ਕਾਫੀ ਡੂੰਘਾ ਹੈ, ਪਰ ਲੋਕ ਇਸ ਨੂੰ ਆਪਣੇ ਮੌਕੇ ਅਨੁਸਾਰ ਵਰਤ ਲੈਂਦੇ ਹਨ। ਮੌਕੇ ਵਾਲੀ ਗੱਲ ਸੁਣ ਕੇ ਉਸ ਦੇ ਕੰਨ ਹੋਰ ਖੜੇ ਹੋ ਗਏ। ਕਹਿੰਦਾ, ਕਤਲ ਕੁਤਲ ਦਾ ਸੰਬੰਧ ਵੀ ਹੈ ਇਸ ਨਾਲ? ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, ਹਾਂ ਹੋ ਸਕਦਾ ਹੈ। ਜੇ ਯਾਰ ਜਾਨੋਂ ਵੀ ਨਾ ਮਾਰੇ ਤਾਂ ਮਰਿਆ ਵਰਗਾ ਜ਼ਰੂਰ ਹੋ ਜਾਂਦਾ ਹੈ। ਮੈਨੂੰ ਲੱਗਿਆ ਕਿ ਹੁਣ ਉਹ ਖੁੱਲ ਕੇ ਦੱਸੂ ਕਿ ਇਹੋ ਜਿਹੀ ਕੀ ਗੱਲ ਹੋ ਗਈ। ਕਹਿੰਦਾ, ਸ਼ੈਲਰ ਲਗਾਉਣ ਲੱਗੇ ਹਾਂ, ਰੋਡੇ ਤੇ ਸੁੱਖੇ ਹੋਰਾਂ ਨਾਲ ਰਲ ਕੇ। ਮੈਂ ਕਿਹਾ, ਇਹ ਤਾਂ ਚੰਗੀ ਗੱਲ ਆ ਨਾ, ਪਰ ਉਸ ਨਾਲ ਇਸ ਦਾ ਯਾਰ ਮਾਰ ਨਾਲ ਕੀ ਸੰਬੰਧ ਹੈ? ਕਹਿੰਦਾ, ਸੁੱਖਾ ਅੱਜ ਮੈਨੂੰ ਗੁਰਦੁਆਰੇ ਲੈ ਗਿਆ ਸੀ ਤੇ ਅਰਦਾਸ ਕਰਕੇ ਕਹਿੰਦਾ, ਬਾਬਾ ਜੀ ਸਾਨੂੰ ਯਾਰ ਮਾਰ ਤੋਂ ਬਚਾਇਓ। ਹੁਣ ਮਾਮਲਾ ਪੂਰਾ ਮੇਰੀ ਸਮਝ ਵਿੱਚ ਆ ਗਿਆ ਕਿ ਸੁੱਖੇ ਨੇ ਇਸ ਨੂੰ ਗੁਰੂ ਮੂਹਰੇ ਲਿਜਾ ਕੇ ਸਾਂਝੇ ਕਾਰੋਬਾਰ ਨੂੰ ਇਮਾਨਦਾਰੀ ਨਾਲ ਚਲਾਉਣ ਦੀ ਕਸਮ ਆਪ ਚੁੱਕੀ ਤੇ ਇਸ ਨੂੰ ਵੀ ਚੁਕਾਈ ਸੀ। ਮੈਂ ਉਸ ਨੂੰ ਥੋੜੇ ਸ਼ਬਦਾਂ ਵਿੱਚ ਸਮਝਾਉਣ ਦਾ ਯਤਨ ਕਰ ਰਿਹਾ ਸੀ, ਪਰ ਉਸ ਦੇ ਖਾਨੇ ਵਿੱਚ ਪਤਾ ਨਹੀਂ ਕਿੱਥੋਂ ਕਤਲ ਪੈ ਗਿਆ, ਜੋ ਨਿਕਲ ਹੀ ਨਹੀਂ ਰਿਹਾ ਸੀ। ਅਚਾਨਕ ਮੇਰੇ ਫੋਨ ਤੋਂ ਬਠਿੰਡਿਓ ਜੱਸੀ ਦਾ ਵੀਡੀਓ ਕਾਲ ਆ ਗਈ। ਯਕੀਨ ਆਵੇ ਕਿ ਇਹ ਉਹੀ ਜੱਸੀ ਆ ਜਿਸ ਦਾ ਰੰਗ ਰੂਪ 5-7 ਸਾਲ ਪਹਿਲਾਂ ਡੁੱਲ ਪੈਂਦਾ ਸੀ। ਖਾ ਲਿਆ ਵਿਚਾਰੀ ਨੂੰ ਧੋਖੇ ਨੇ। ਧੋਖੇ ਵਾਲੀ ਗੱਲ ਜਹਿਨ 'ਚ ਆਉਂਦੇ ਸਾਰ ਹੀ ਮੈਂ ਕਸ਼ਮੀਰੇ ਨੂੰ ਕਿਹਾ, ਲੈ ਬਾਈ, ਯਾਰ ਮਾਰ ਦੀ ਉਦਾਹਰਨ ਤੈਨੂੰ ਇਸ ਤੋਂ ਚੰਗੀ ਨਹੀਂ ਮਿਲਣੀ। ਬਸ ਆਹ ਕੁੜੀ ਦੇ ਮੂੰਹ ਹੀ ਸਾਰੀ ਗੱਲ ਸੁਣ ਲੈ, ਆਪੇ ਸਮਝੇਗਾ ਕਿ ਯਾਰ ਮਾਰ ਕੀ ਹੁੰਦੀ ਹੈ। ਉਸਨੇ ਕਿਹਾ, ਅੰਕਲ ਮੈਂ ਬਠਿੰਡੇ ਜ਼ਿਲ੍ਹੇ ਦੇ ਚੰਗੇ ਖਾਂਦੇ ਪੀਂਦੇ ਘਰ 'ਚ ਵੱਡੀ ਭੈਣ ਤੋਂ 2 ਸਾਲ ਬਾਅਦ ਜਨਮੀ ਸੀ। ਅਭਾਗਣ ਇਸ ਕਰਕੇ ਕਿ 6 ਮਹੀਨਿਆਂ ਦੀ ਸਾਂ ਜਦੋਂ ਸਾਡੀ ਮਾਂ ਨੂੰ ਰੱਬ ਦਾ ਸੱਦਾ ਆ ਗਿਆ ਸੀ। ਸਾਡੇ ਨਾਨੇ ਨਾਨੀ ਨੂੰ ਸਾਡੇ ਤੇ ਜਾਂ ਆਪਣੇ ਜਵਾਈ ਤੇ ਤਰਸ ਆਇਆ ਤਾਂ ਉਹਨਾਂ ਘਰ ਵਸਾਉਣ ਲਈ ਸਾਡੀ ਮਾਸੀ ਦੇ ਆਨੰਦ ਪੜਾਏ ਤੇ ਸਾਡੀ ਮਾਂ ਬਣਾ ਕੇ ਤੋਰ ਦਿੱਤਾ। ਮੈਂ ਉਸੇ ਦੇ ਹੱਥਾਂ ਵਿੱਚ ਪਲੀ ਸੀ ਤੇ ਜਵਾਨ ਹੋਈ ਸੀ। ਅਗਲੇ ਸਾਲਾਂ ਵਿੱਚ ਮਾਸੀ ਦੀ ਕੁੱਖੋਂ ਸਾਡੀਆਂ 2 ਭੈਣਾਂ ਹੋਰ ਆ ਗਈਆਂ। ਬੇਸ਼ੱਕ ਮਾਸੀ ਦੇ ਸਾਡੇ ਪ੍ਰਤੀ ਵਿਹਾਰ ਉੱਤੇ ਉਂਗਲ ਤਾਂ ਨਹੀਂ ਉੱਠਦੀ ਸੀ, ਪਰ ਆਪਣੀ ਕੁੱਖ ਤੇ ਭੈਣ ਦੀ ਕੁੱਖ ਦਾ ਫਰਕ ਕਿਤੇ ਨਾ ਕਿਤੇ ਰਹਿ ਹੀ ਜਾਂਦਾ ਹੈ। ਖੈਰ, ਮੈਂ ਉਹ ਗੱਲਾਂ ਨਾ ਛੇੜਾਂ। ਮੈਂ 2010 'ਚ +2 ਕਰ ਲਈ ਸੀ। ਕਾਲਜ ਜਾਣ ਨੂੰ ਬੜਾ ਜੀ ਕਰਿਆ ਕਰੇ, ਪਰ ਮਾਪੇ ਨਾ ਮੰਨੇ। ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੁੰਦਾ ਸੀ। ਮਾਪਿਆਂ ਤੋਂ ਪੁੱਛਿਆ ਕਿ ਜੇਕਰ ਕਹੋ ਤਾਂ ਪ੍ਰਾਈਵੇਟ BA ਕਰ ਲਵਾਂ। ਉਹ ਮੰਨ ਗਏ। ਮੇਰੀ ਸਹੇਲੀ ਮੀਤੋ ਸ਼ਹਿਰ ਰਹਿੰਦੀ ਸੀ। ਉਸ ਤੋਂ ਪਤਾ ਕਰਨ ਤੇ ਕਿਤਾਬਾਂ ਲੈਣ ਵਾਸਤੇ ਮੈਂ ਬਠਿੰਡੇ ਗਈ ਸੀ। ਮੈਂ ਉਸ ਅਭਾਗੇ ਦਿਨ ਉਸ ਦੇ ਘਰੋਂ ਵਾਪਸੀ ਲਈ ਬੱਸ ਅੱਡੇ ਦਾ ਰਿਕਸ਼ਾ ਕੀਤਾ। ਥੋੜੀ ਦੂਰ ਗਏ ਸੀ ਕਿ ਟਰੱਕ ਤੋਂ ਬਚਦਿਆਂ ਰਿਕਸ਼ਾ ਸੱਜੇ ਪਾਸੇ ਨੂੰ ਪਲਟ ਗਿਆ। ਇਸ ਤੋਂ ਪਹਿਲਾਂ ਕਿ ਮੈਨੂੰ ਸਮਝ ਲੱਗਦੀ ਕਿ ਕੀ ਹੋ ਗਿਆ, ਇੱਕ ਸੋਹਣਾ ਸੁਨੱਖਾ ਮੁੰਡਾ ਮੈਨੂੰ ਉਠਾ ਕੇ ਪੁੱਛ ਰਿਹਾ ਸੀ, ਸੱਟ ਲੱਗੀ ਆ ਤਾਂ ਮੈਂ ਡਾਕਟਰ ਕੋਲ ਲੈ ਜਾਣਾ। ਅਗਲੇ ਪਲ ਉਹ ਮੇਰੇ ਕੱਪੜਿਆਂ ਤੋਂ ਮਿੱਟੀ ਝਾੜ ਰਿਹਾ ਸੀ। ਹੱਡੀਆਂ ਤਾਂ ਬਚ ਗਈਆਂ, ਪਰ ਗੁੱਝੀਆਂ ਸੱਟਾਂ ਲੱਗੀਆਂ ਸਨ। ਕੁਦਰਤੀ ਗੱਲ ਹੈ ਕਿ ਇਹੋ ਜਿਹੇ ਮੌਕਿਆਂ ਤੇ ਕੰਮ ਆਉਣ ਵਾਲੇ ਆਪਣੇ ਲੱਗਣ ਲੱਗ ਪੈਂਦੇ ਨੇ। ਉਹ ਮੋਟਰਸਾਈਕਲ ਪਿੱਛੇ ਬਿਠਾ ਕੇ ਮੈਨੂੰ ਬੱਸ ਅੱਡੇ ਲਾ ਆਇਆ ਤੇ ਮੇਰਾ ਫੋਨ ਨੰਬਰ ਲੈ ਗਿਆ। ਪਹਿਲੀ ਵਾਰ ਕਿਸੇ ਮਰਦ ਨੂੰ ਦੱਸਿਆ ਸੀ ਮੈਂ ਆਪਣਾ ਫੋਨ ਨੰਬਰ। ਅੱਜ ਇਹ ਕਹਿਣ 'ਚ ਝਿਜਕ ਨਹੀਂ ਕਿ ਉਸ ਦਿਨ ਮੈਂ ਆਪਣੀ ਬਰਬਾਦੀ ਸਹੇੜੀ ਸੀ। ਸਾਡੇ ਦੋਹਾਂ ਭੈਣਾਂ ਕੋਲ ਇੱਕੋ ਫੋਨ ਸੀ, ਜੋ ਉਸ ਦਾ ਫੋਨ ਆਨ ਕਰਕੇ ਬਾਅਦ ਵਿੱਚ ਜ਼ਿਆਦਾ ਮੇਰੇ ਕੋਲ ਰਹਿਣ ਲੱਗ ਪਿਆ। ਹਰ ਦੂਜੇ ਤੀਜੇ ਦਿਨ ਫੋਨ ਤੇ ਹਾਲ ਚਾਲ ਪੁੱਛਣ ਤੋਂ ਸ਼ੁਰੂ ਹੋਇਆ ਸਿਲਸਿਲਾ ਮਹੀਨੇ ਕੋ ਬਾਅਦ ਮਿਲਣ ਦੀ ਤਾਂਘ ਵਿੱਚ ਅੱਪੜ ਗਿਆ। ਸੱਚ ਕਹਿਣੀ ਹੈ ਅੰਕਲ, ਉਸ ਤੋਂ ਪਹਿਲਾਂ ਕਿਸੇ ਮੁੰਡੇ ਪ੍ਰਤੀ ਨੇੜਤਾ ਤਾਂ ਦੂਰ ਦੀ ਗੱਲ, ਮੇਰੇ ਮਨ ਵਿੱਚ ਇਹੋ ਜਿਹਾ ਖਿਆਲ ਕਦੇ ਵੀ ਨਹੀਂ ਆਇਆ ਸੀ। ਤੈਨੂੰ ਵੇਖਣਾ ਚਾਹਣਾ ਇੱਕ ਵਾਰ ਫੇਰ। ਉਸ ਦੇ ਤਰਲੇ ਮੂਹਰੇ ਮੈਂ ਫਿਰ ਮੋਮ ਬਣ ਗਈ। ਸਹੇਲੀ ਤੇ ਕਿਤਾਬਾਂ ਦੇ ਬਹਾਨੇ ਮੈਂ ਬਠਿੰਡੇ ਚਲੀ ਗਈ। ਇੱਕ ਪਾਰਕ ਵਿੱਚ ਅਸੀਂ 2-3 ਘੰਟੇ ਬੈਠੇ ਰਹੇ। ਉਹ
ਬੋਲਦਾ ਰਿਹਾ ਤੇ ਮੈਂ ਸੁਣਦੀ ਰਹੀ। ਉਸ ਦੀਆਂ ਕਈ ਪੁੱਛਾਂ ਤੇ ਜਵਾਬ ਵਿੱਚ ਮੈਂ ਸਰਸਰੀ ਜਿਹਾ ਸਿਰ ਹਿਲਾ ਦਿੰਦੀ, ਜਿਹਨੂੰ ਉਹ ਮੇਰੀ ਸਹਿਮਤੀ ਸਮਝਦਾ। ਫੋਨ ਤੇ ਲੰਮੀਆਂ ਗੱਲਾਂ ਕਰਕੇ ਉਸਨੇ ਮੇਰਾ ਬ੍ਰੇਨ ਵਾਸ਼ ਕਰਕੇ ਆਪਣੇ ਵਸ ਵਿੱਚ ਕੀਤਾ ਹੋਇਆ ਸੀ। ਇਸੇ ਕਾਰਨ ਅਗਲੀ ਮਿਲਣੀ ਵਿੱਚ ਉਹ ਮੈਨੂੰ ਸਿੱਧਾ ਹੋਟਲ ਦੇ ਕਮਰੇ ਵਿੱਚ ਲੈ ਗਿਆ। ਹੋਟਲ ਕਮਰਿਆਂ 'ਚ ਔਰਤਾਂ ਨੂੰ ਕਾਹਦੇ ਲਈ ਲਿਜਾਇਆ ਜਾਂਦਾ ਹੈ, ਦੱਸਣ ਦੀ ਲੋੜ ਨਹੀਂ ਹੈ। ਮੇਰੇ ਲਈ ਉਹ ਮਿਲਣੀ ਹੋਟਲ ਕਾਂਡ ਬਣ ਕੇ ਰਹਿ ਗਈ। ਹੁਣ ਪਛਤਾਉਂਦੀ ਆ, ਕਾਸ਼ ਉਹ ਦਿਨ ਚੜ੍ਹਿਆ ਹੀ ਨਾ ਹੁੰਦਾ। ਉਸੇ ਰਾਤ ਹਾਲਾਤ ਖਰਾਬ ਹੋਣ ਕਾਰਨ ਮੈਂ ਪਹਿਲੀ ਵਾਰ ਕਿਸੇ ਹਸਪਤਾਲ ਦੇ ਬੈੱਡ ਤੇ ਪਈ ਸੀ। ਠੀਕ ਹੋਣ ਨੂੰ ਮੈਨੂੰ 2 ਦਿਨ ਲੱਗੇ। ਘਰਦਿਆਂ ਕੋਲ ਉਹੀ ਝੂਠ, ਸਹੇਲੀ ਕੋਲ ਆ। ਉਹਨਾਂ ਦਿਨਾਂ ਵਿੱਚ ਮਹਿਸੂਸ ਕੀਤਾ ਕਿ ਮਾਪਿਆਂ ਨਾਲ ਮੈਂ ਝੂਠ ਬੋਲਣਾ ਤੇ ਗੱਲਾਂ ਲੁਕਾਉਣਾ ਵਧੀ ਜਾ ਰਿਹਾ ਸੀ। ਪਰ ਹਰਭਾਰਤ ਵੱਲੋਂ ਪਰੋਸੀ ਜਾਂਦੀ ਅਣਪਤ ਮੂਹਰੇ ਮੈਂ ਹਥਿਆਰ ਸੁੱਟਦੀ ਜਾ ਰਹੀ ਸੀ। ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ, ਇਸ਼ਕ ਮੁਸ਼ਕ ਕਦੇ ਨਾ ਰਹਿਣ ਗੁੱਝੇ, ਪਰ ਜਵਾਨੀ ਦੇ ਜ਼ੋਰ ਅੱਗੇ ਮਨ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦੇਣਾ। ਪਤਾ ਉਦੋਂ ਲੱਗਦਾ ਜਦੋਂ ਵਾਹ ਪਾਏ ਜਾਂ ਉਸ ਰਾਹ ਪਈਏ। ਘਰ ਦੀਆਂ ਅੱਖਾਂ ਤੇ ਕੰਨ ਬੰਦ ਨਹੀਂ ਸਨ। ਜਵਾਨ ਹੁੰਦੀ ਹਰ ਕੁੜੀ ਦੇ ਮਾਪੇ ਫਿਕਰਮੰਦ ਹੁੰਦੇ ਨੇ। ਅਸੀਂ ਤੇ 4 ਭੈਣਾਂ ਸਾਂ ਇੱਕੋ ਜਿਹੀਆਂ। ਕੁਝ ਮਹੀਨਿਆਂ ਵਿੱਚ ਮੇਰੀ ਕਰਤੂਤ ਵਾਲੀ ਬਿੱਲੀ ਥੈਲੀਓਂ ਬਾਹਰ ਆ ਕੇ ਸਾਡੇ ਆਂਢ ਗੁਆਂਢ ਤੱਕ ਮਿਆਉਂ ਮਿਆਉਂ ਕਰਨ ਲੱਗ ਪਈ। ਮੇਰੇ ਮਾਪਿਆਂ ਨੇ ਸਿਆਣਪ ਕੀਤੀ। ਕੁਝ ਦਿਨਾਂ ਵਿੱਚ ਮਾਨਸੇ ਜ਼ਿਲ੍ਹੇ ਦੇ ਚੰਗੇ ਘਰ ਦਾ ਮੁੰਡਾ ਲੱਭ ਕੇ ਮੇਰਾ ਰਿਸ਼ਤਾ ਤੈਅ ਕਰਕੇ 18 ਸਾਲ ਦੀ ਹੁੰਦਿਆਂ ਹੀ ਵਿਆਹ ਕਰ ਦਿੱਤਾ। ਉੱਥੇ ਮੇਰੇ ਪਤੀ ਤੇ ਉਸ ਦੇ ਮਾਪਿਆਂ ਨੇ ਇੰਨਾ ਪਿਆਰ ਤੇ ਮਾਣ ਇੱਜ਼ਤ ਦਿੱਤੀ ਜਿਸ ਦੀ ਰੀਝ ਹਰ ਕੁੜੀ ਕਰਦੀ ਹੈ, ਪਰ ਮਿਲਦਾ ਕਿਸੇ ਕਿਸੇ ਨੂੰ ਹੁੰਦਾ ਹੈ। ਅੰਕਲ, ਜੇ ਮੈਂ ਕਹਾਂ ਕਿ ਉਹ ਘਰ ਮੇਰੇ ਲਈ ਸਵਰਗ ਸੀ ਤਾਂ ਇਹ ਗੱਲ ਬਿਲਕੁਲ ਵੀ ਗਲਤ ਨਹੀਂ ਹੈ। ਪਰ ਰਿਕਸ਼ੇ ਤੋਂ ਡਿੱਗਣਾ ਮੇਰੀ ਜ਼ਿੰਦਗੀ ਲਈ ਇੰਨਾ ਘਾਤਕ ਸਾਬਤ ਹੋਏਗਾ, ਸੋਚ ਕੇ ਮੇਰਾ ਰੋਮ ਰੋਮ ਪੁਕਾਰਨ ਲੱਗਦਾ ਕਿ ਰੱਬਾ ਕਿਸੇ ਧਿਆਣੀ ਨਾਲ ਇੰਜ ਕਦੇ ਨਾ ਵਾਪਰੇ। 6-7 ਮਹੀਨੇ ਹੀ ਲੰਘੇ ਸੀ ਕਿ ਪਤਾ ਨਹੀਂ ਉਸਨੇ ਕਿਵੇਂ ਪਤਾ ਲਗਾ ਲਿਆ ਮੇਰੇ ਸਹੁਰੇ ਪਿੰਡ ਦਾ। ਇੱਕ ਦਿਨ ਆਣ ਵੜਿਆ ਸਾਡੇ ਘਰ। ਵੇਖਦੇ ਸਾਰ ਹੀ ਮੇਰੇ ਤਾਂ ਹੱਥ ਪੈਰ ਸੌਂ ਗਏ ਤੇ ਦਿਮਾਗ ਸੁੰਨ ਹੋ ਗਿਆ। ਥੋੜਾ ਸੰਭਲੀ ਤਾਂ ਆਪਣੀ ਮਾਂ ਤੋਂ ਚੰਗੀ ਸੱਸ ਮੂਹਰੇ ਪਹਿਲਾਂ ਝੂਠ ਬੋਲਣਾ ਪਿਆ ਕਿ ਉਹ ਮੇਰੀ ਸਹੇਲੀ ਦਾ ਭਰਾ ਹੈ। ਉਸ ਦਿਨ ਤੋਂ ਹੀ ਮੇਰੀ ਖੁਸ਼ੀ ਪੁੱਠੇ ਗੇਰਾਂ ਵਿੱਚ ਪੈ ਗਈ। ਜ਼ਹਿਰ ਘੋਲਣ ਲੱਗ ਪਿਆ ਉਹ। ਕਦੇ ਫੋਨ ਕਰਦਾ ਤੇ ਕਦੇ ਮੂੰਹ ਚੁੱਕ ਕੇ ਆਪ ਆਣ ਵੜਦਾ। ਸਹੁਰੇ ਕਿੰਨੀ ਕੁ ਦੇਰ ਸਹਾਰਦੇ। ਪਿੰਡ ਵਿੱਚ ਉਹਨਾਂ ਦੀ ਇੱਜ਼ਤ ਦਾ ਸਵਾਲ ਸੀ। ਫਿਰ ਉਹਨਾਂ ਨੇ ਮੈਨੂੰ ਪੇਕੇ ਘਰ ਭੇਜ ਦਿੱਤਾ। ਕਿੱਥੇ ਭਗਤੇ ਭਾਈ ਕੋਲ ਹਰਪਾਲ ਦਾ ਘਰ ਤੇ ਕਿੱਥੇ ਬਠਿੰਡੇ ਜ਼ਿਲ੍ਹੇ 'ਚ ਸਾਡਾ ਪਿੰਡ। ਪੇਕੇ ਆਈ ਤੇ ਪਤਾ ਨਹੀਂ ਕੀ ਜਾਦੂ ਕੀਤਾ। ਇੱਕ ਵਾਰ ਫਿਰ ਮਾਪਿਆਂ ਦੀ ਪੱਗ ਰੋਲ ਕੇ ਬੈਠ ਗਈ ਇਸ ਦੇ ਮੋਟਰਸਾਈਕਲ ਦੇ ਉੱਤੇ। ਪਰ ਇਸ ਨੇ ਮੈਨੂੰ ਸੁੱਖਾਨੰਦ ਵਿਖਾਉਣ ਦੀ ਥਾਂ ਹਜੂਰ ਸਾਹਿਬ ਜਾਣ ਵਾਲੀ ਗੱਡੀ ਤੇ ਚੜਾ ਲਿਆ। 12-13 ਦਿਨ ਅਸੀਂ ਉੱਥੇ ਰਹੇ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਤਾ ਨਹੀਂ ਮੇਰੇ ਨਾਲ ਕੀ ਝੂਠ ਬੋਲਦਾ ਰਿਹਾ ਉੱਥੇ। ਪਰ ਕੁਝ ਭੇਦ ਖੁੱਲਣੇ ਸ਼ੁਰੂ ਹੋ ਗਏ। ਮੇਰੇ ਤੋਂ 17 ਸਾਲ ਵੱਡਾ ਤੇ ਮੇਰੇ ਤੋਂ 2 ਸਾਲ ਛੋਟੀ ਧੀ ਦਾ ਬਾਪ ਹੋਣ ਬਾਰੇ ਮੈਨੂੰ ਉੱਥੇ ਹੀ ਪਤਾ ਲੱਗ ਗਿਆ ਸੀ। ਉੱਥੇ ਹੀ ਮੈਨੂੰ ਪਤਾ ਲੱਗਾ ਕਿ ਮੇਰੀ ਨੇੜਤਾ ਲਈ ਇਹਨੂੰ ਕੈਪਸੂਲ ਖਾਣੇ ਪੈਂਦੇ ਨੇ। ਪਰ ਇਸ ਦੇ ਉੱਤੇ ਬਣੇ ਭਰੋਸੇ ਕਾਰਨ ਮੈਂ ਇਸ ਦੇ ਕੁਫਰ ਨੂੰ ਸੱਚ ਮੰਨ ਲੈਂਦੀ ਸੀ। ਜਦ ਵਿਆਹ ਬਾਰੇ ਗੱਲ ਕਹਿੰਦੀ ਤਾਂ ਤਲਾਕ ਦੇ ਅੜਿੱਕੇ ਕਹਿ ਕੇ ਟਾਲ ਦਿੰਦਾ। ਮੇਰੇ ਮਾਪਿਆਂ ਵੱਲੋਂ ਲਿਖਵਾਏ ਪੰਚਾਇਤੀ ਤਲਾਕ ਨੂੰ ਇਹ ਕਾਨੂੰਨੀ ਨਹੀਂ ਹਨ ਕਹਿ ਕੇ ਰੱਦ ਕਰ ਦਿੰਦਾ ਸੀ। ਕੁਝ ਸਾਲ ਇਸ ਨੇ ਮੈਨੂੰ ਬਠਿੰਡੇ ਵਿੱਚ ਪੀਜੀ ਵਿੱਚ ਰੱਖਿਆ। ਇਸ ਦੀ ਮਾਂ ਮੈਨੂੰ ਮਿਲਦੀ ਤੇ ਆਪਣੀ ਪਰਮ ਨੂੰ, ਜਿਹੜੀ ਇਸ ਦੀ ਅਸਲ ਨੂੰ, ਉਸ ਬਾਰੇ ਬੁਰਾ ਭਲਾ ਕਹਿੰਦੀ ਤੇ ਆਪਣੇ ਪੁੱਤ ਦਾ ਪੱਖ ਪੂਰਦਿਆਂ ਉਹ ਅਕਸਰ ਕਹਿੰਦੀ ਬਰਾੜ ਕੋਲ ਕਰਾਰਾਂ ਦੇ ਪੱਕੇ ਹੁੰਦੇ ਨੇ। ਉਂਝ ਕੋਲ ਕਰਾਰਾਂ ਦਾ ਪੱਕਾ ਹੋਣ ਦਾ ਪਤਾ ਤਾਂ ਮੈਨੂੰ ਇਸ ਨਾਲ ਰਹਿੰਦਿਆਂ ਸਾਲ ਕੋ ਬਾਅਦ ਹੀ ਪਤਾ ਲੱਗ ਗਿਆ ਸੀ ਜਦ ਅਸੀਂ ਸ਼ਿਮਲੇ ਗਏ ਸੀ। ਕੁਫਰੀ ਕੋਲ ਇੱਕ ਪਹਾੜਨ ਇਸ ਵੱਲ ਵੇਖ ਕੇ ਹੱਸੀ ਤਾਂ ਸ਼ਾਇਦ ਇਸ ਕਰਕੇ ਹੋਊ ਕਿ ਧੀਆਂ ਵਰਗੀ ਜਵਾਕੜੀ ਫਸਾਈ ਫਿਰਦਾ ਹੈ, ਪਰ ਇਹ ਉਸ ਤੇ ਹੀ ਰਾਲਾ ਸੁੱਟਣ ਲੱਗ ਗਿਆ ਸੀ। ਇੱਕ ਵਾਰ ਮਸੂਰੀ ਗਏ ਤਾਂ ਸਿਪਾਹੀ ਦੇ ਦਬਕੇ ਮੂਹਰੇ ਇਸ ਦੀ ਪੈਂਟ ਗਿੱਲੀ ਹੋਣ ਲੱਗ ਪਈ ਸੀ। ਉਸ ਵੇਲੇ ਮੇਰੇ 'ਚ ਪਤਾ ਨਹੀਂ ਇੰਨਾ ਕਿੱਥੋਂ ਹੌਸਲਾ ਆਇਆ ਕਿ ਉਸ ਨੂੰ ਐਸਐਸਪੀ ਨਾਲ ਗੱਲ ਕਰਾਉਣ ਬਾਰੇ ਕਹਿ ਕੇ ਉਸ ਤੋਂ ਮਾਫੀ ਮੰਗਵਾ ਲਈ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਕੋਸਿਆ ਕਰਨਾ ਕਿ ਇਸ ਦੀ ਵੋਟੀ ਦੇ ਰਾਹ ਵਿੱਚ ਕੰਡੇ ਬੀਜ ਰਹੀ ਹਾਂ, ਪਰ ਇਸ ਦੇ ਵਿਆਹ ਹੋਣ ਦਾ ਪਤਾ ਮੈਨੂੰ ਉਸ ਵੇਲੇ ਲੱਗਾ ਜਦੋਂ ਪਾਣੀ ਕਈ ਪੁਲਾਂ ਹੇਠੋਂ ਲੰਘ ਚੁੱਕਾ ਸੀ। ਕਈ ਵਾਰ ਸੋਚਦੀ ਹਾਂ ਕਾਸ਼ ਮੇਰੀ ਅਕਲ ਤੇ ਪਰਦਾ ਨਾ ਪੈਂਦਾ। ਉਸ ਤੋਂ ਬਾਅਦ ਇਸ ਦੇ ਕੈਨੇਡਾ ਭੇਜਣ ਦੇ ਵਾਅਦੇ ਤੇ ਮੈਂ ਆਈਲੈਟਸ ਕਰ ਲਈ। 2016 ਵਿੱਚ ਮਾਂ ਪੁੱਤ ਨੇ ਇੱਕ ਸਾਜ਼ਿਸ਼ ਤਹਿਤ ਮੇਰੇ ਖਾਤੇ ਵਿੱਚ 15 ਲੱਖ ਜਮ੍ਹਾਂ ਕਰਾਉਣ ਦੇ ਨਾਂ ਤੇ ਧੋਖੇ ਨਾਲ ਪਹਿਲਾਂ ਤੋਂ ਹੀ ਲਿਖਵਾ ਕੇ ਲਿਆਂਦੇ ਰਾਜੀਨਾਮੇ ਉੱਤੇ ਮੇਰੇ ਤੋਂ ਸਾਈਨ ਕਰਵਾ ਲਏ। ਬਾਅਦ ਵਿੱਚ ਕੈਨੇਡਾ ਵਾਸਤੇ ਏਜੰਟ ਨੂੰ ਦੇਣ ਬਾਰੇ ਕਹਿ ਕੇ ਰਕਮ ਬੈਂਕ ਵਿੱਚ ਕਢਵਾ ਲਈ ਤੇ ਬਾਅਦ ਵਿੱਚ ਕਹਿਤਾ ਕਿ ਏਜੰਟ ਧੋਖਾ ਕਰ ਗਿਆ ਹੈ। ਉਸ ਤੋਂ ਬਾਅਦ ਵੀ ਹਰਪਾਲ ਮੇਰੇ ਨਾਲ ਪਤੀ ਵਾਂਗ ਰਹਿੰਦਾ ਸੀ। ਮੇਰੇ ਕੋਲ ਕੋਈ ਹੋਰ ਆਸਰਾ ਵੀ ਤਾਂ ਨਹੀਂ ਬਚਿਆ ਸੀ। ਮੈਂ ਕਿੱਥੇ ਜਾਂਦੀ। 2018 ਵਿੱਚ ਇਸ ਨੇ ਜਾਣ-ਬੁੱਝ ਕੇ ਮੈਨੂੰ ਪ੍ਰੈਗਨੈਂਟ ਕਰਤਾ ਤੇ ਆਪ ਵਿਜ਼ਟਰ ਵੀਜ਼ੇ ਤੇ ਕੈਨੇਡਾ ਚਲਾ ਗਿਆ। ਮੈਂ ਵਿਨਪੈਗ ਤੋਂ ਪਤਾ ਕਰਵਾਇਆ। ਇਸ ਨੇ ਇੱਥੇ ਝੂਠ ਬੋਲ ਕੇ ਵਰਕ ਪਰਮਿਟ ਲਿਆ ਹੈ ਤੇ ਇੱਥੇ ਵਿਨੀਪੈਗ ਰਹਿ ਰਿਹਾ ਹੈ। ਇੱਧਰ ਪੰਜਾਬ ਵਿੱਚ ਮੈਂ ਇਨਸਾਫ ਲਈ ਬਥੇਰੀਆਂ ਟੱਕਰਾਂ ਮਾਰੀਆਂ, ਪਰ ਕਿਸੇ ਨੇ ਮੇਰੀ ਗੱਲ ਨਾ ਸੁਣੀ। ਤੇ ਸੁਣਦੇ ਵੀ ਕਿਉਂ। ਬਿਪਤਾ ਵਾਲੀ ਖੱਡ ਪੁੱਟਣ ਦਾ ਪਹਿਲਾ ਟੱਕ ਤਾਂ ਮੈਂ ਆਪ ਹੀ ਲਾਇਆ ਸੀ ਇਸ ਨੂੰ ਆਪਣਾ ਪਿੰਡ ਤੇ ਫੋਨ ਨੰਬਰ ਦੱਸ ਕੇ, ਤੇ ਖੱਡ ਨੂੰ ਡੂੰਘਾ ਕਰਨ ਵਾਲੇ ਅਗਲੇ ਟੱਕ ਇਸ ਦੇ ਝੂਠ ਦੇ ਭਰੋਸੇ ਲਵਾਉਂਦੇ ਰਹੇ। ਅਗਲੇ ਮਹੀਨੇ ਮੇਰੀ ਧੀ 1 ਸਾਲ ਦੀ ਹੋ ਜਾਣਾ ਹੈ। ਬੇਸ਼ੱਕ ਸਰਕਾਰੀ ਰਿਕਾਰਡ ਵਿੱਚ ਇਹ ਉਸ ਦੀ ਧੀ ਅਖਵਾਊਗੀ, ਪਰ ਉਸ ਦੇ ਪਾਲਣ ਪੋਸ਼ਣ ਲਈ ਪੈਸਿਆਂ ਦੀਆਂ ਪੰਡਾਂ ਚਾਹੀਦੀਆਂ ਨੇ।
ਉਹ ਮੈਂ ਕਿੱਥੋਂ ਲਿਆਉਂਗੀ? ਉਹ ਮੈਨੂੰ ਪਾਪਾ ਨੂੰ ਮਿਲਵਾਉਣ ਲਈ ਕਹੇਗੀ ਤੇ ਮੈਂ ਉਸ ਨੂੰ ਕੀ ਕਹੂੰਗੀ ਕਿ ਤੂੰ ਇੱਕ ਧੋਖੇਬਾਜ਼ ਬਾਪ ਦਾ ਖੂਨ ਹੈ। ਵੱਡੀ ਹੋ ਕੇ ਉਹ ਇਹ ਸਵਾਲ ਜ਼ਰੂਰ ਕਰੂਗੀ ਕਿ ਮੈਂ ਉਸ ਦਾ ਬਚਪਨ ਕਿਸੇ ਬਜ਼ੁਰਗ ਦੀ ਸੰਭਾਲ ਵੱਲ ਧਿਆਨ ਦੇ ਕੇ ਕਿਉਂ ਰੋਲਿਆ। ਇਹ ਤਾਂ ਉਸ ਬਜ਼ੁਰਗ ਦੀ ਮਿਹਰਬਾਨੀ ਹੈ ਕਿ ਸੇਵਾ ਸੰਭਾਲ ਬਦਲੇ ਉਹ ਮਾਂ ਤੇ ਧੀ ਦੇ ਰਹਿਣ ਸਹਿਣ ਦਾ ਖਰਚਾ ਵੀ ਕਰ ਰਿਹਾ ਹੈ। ਅੰਕਲ, ਇੱਥੇ ਮੈਨੂੰ ਤੂੜੀ ਦੀ ਗਤੀ ਤੇ ਮੱਝ ਦੇ ਰੱਜ ਵਾਲੀ ਕਹਾਵਤ ਆਪਣੇ ਤੇ ਢੁਕਦੀ ਲੱਗਦੀ ਹੈ। ਪਤਾ ਨਹੀਂ ਕਿੰਨੀ ਹਿੰਮਤ ਕਰਕੇ ਜੱਸੀ ਨੇ ਆਪਣੀ ਹੱਡਬੀਤੀ ਸੁਣਾਈ ਸੀ। ਆਪਣੇ ਹੌਂਕੇ ਕਿੱਥੇ ਤੋਂ ਪਾ ਕੇ ਰੱਖੇ ਹੋਣਗੇ ਉਸਨੇ ਆਪਣੇ ਅਤੀਤ ਦੇ ਕਾਲੇ ਵਰਕੇ ਫੋਲਦਿਆਂ। ਚੰਗਾ ਅੰਕਲ, ਬਾਕੀ ਕਦੇ ਫੇਰ ਸਹੀ ਕਹਿ ਕੇ ਜੱਸੀ ਦਾ ਫੋਨ ਕੱਟਿਆ ਗਿਆ। ਮੈਨੂੰ ਲੱਗਿਆ ਜੱਸੀ ਨੇ ਤਾਂ ਵਕਤੀ ਤੌਰ ਤੇ ਮਨ ਦਾ ਭਾਰ ਹਲਕਾ ਕਰ ਲਿਆ ਹੈ, ਪਰ ਸਾਡੇ ਦੋਹਾਂ ਦੀਆਂ ਅੱਖਾਂ ਮੂਰੇ ਮਨੁੱਖੀ ਨੀਚਤਾ ਤੇ ਭਰੋਸੇ ਦੇ ਘਾਣ ਵਾਲੇ ਵੱਡੇ ਸਵਾਲਾਂ ਦਾ ਢੇਰ ਲਾ ਗਈ। ਸਾਡੇ ਦੋਹਾਂ 'ਚ ਸ਼ਾਇਦ ਹੀ ਕੋਈ ਕਿਸੇ ਇੱਕ ਸਵਾਲ ਦਾ ਜਵਾਬ ਲੱਭ ਸਕੇ। ਮੈਂ ਕਸ਼ਮੀਰੇ ਵੱਲ ਵੇਖਿਆ ਤਾਂ ਹੰਝੂ ਪੂੰਝਦੇ ਪੂੰਝਦੇ ਉਸ ਦਾ ਰੁਮਾਲ ਭਿੱਜਿਆ ਹੋਇਆ ਸੀ। ਮੈਂ ਪਤਨੀ ਨੂੰ ਫਿਰ ਤੋਂ ਚਾਹ ਬਾਰੇ ਕਹਿਣ ਲਈ ਗਰਦਨ ਘੁਮਾਈ। ਉਸ ਦੀਆਂ ਅੱਖਾਂ ਲਾਲ ਤੇ ਚਿਹਰਾ ਇੰਜ ਮੁਰਝਾ ਗਿਆ ਸੀ ਜਿਵੇਂ ਕਦੋਂ ਦੀ ਉਹ ਬਿਮਾਰ ਹੋਵੇ। ਮੇਰੇ ਫੋਨ ਦੀ ਵੀਡੀਓ ਕਾਲ ਸਪੀਕਰ ਤੇ ਸੈੱਟ ਹੋਣ ਕਰਕੇ ਪਤਨੀ ਨੇ ਜੱਸੀ ਦੀ ਸਾਰੀ ਗੱਲ ਸੁਣ ਲਈ। ਜਾਣ ਲੱਗਿਆ ਕਸ਼ਮੀਰ ਕਹਿੰਦਾ, ਭਾਈ ਅੱਜ ਤਾਂ ਯਾਰ ਮਾਰ ਦੇ ਮਤਲਬ ਨੇ ਮੇਰੇ ਕਵਾੜ ਖੋਲਤੇ। ਮੈਂ ਤਾਂ ਆਪਣੇ ਪੁੱਤ ਪੋਤਰਿਆਂ ਨੂੰ ਕਹਿ ਕੇ ਜਾਊਂ ਕਿ ਭੁੱਖੇ ਰਹਿ ਲਿਓ ਪਰ ਕਦੇ ਵੀ ਕਿਸੇ ਨਾਲ ਯਾਰ ਮਾਰ ਨਾ ਕਰਿਓ। ਤਾਂ ਦੋਸਤੋ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਸ ਕਹਾਣੀ ਦੇ ਲੇਖਕ ਦਾ ਨਾਮ ਹੈ ਗੁਰਮਲਕੀਤ ਸਿੰਘ ਕਾਹਲੋਂ। ਤਾਂ ਇਸ ਲਈ ਇਹ ਪੂਰੀ ਦੀ ਪੂਰੀ ਕਹਾਣੀ ਦਾ ਕ੍ਰੈਡਿਟ ਜਾਂਦਾ ਹੈ ਮੇਰੇ ਵੱਡੇ ਭਰਾ ਗੁਰਮਲਕੀਤ ਸਿੰਘ ਕਾਹਲੋਂ ਨੂੰ। ਤਾਂ ਦੋਸਤੋ, ਇਹ ਸੀ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਕਹਾਣੀ। ਉਮੀਦ ਕਰਦਾ ਹਾਂ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਇੱਦਾਂ ਦੀਆਂ ਹੋਰ ਵਧੀਆ ਕਹਾਣੀਆਂ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਹੋ ਸਕੇ ਤਾਂ ਇੱਕ ਵੀਡੀਓ ਨੂੰ ਲਾਈਕ ਔਰ ਇੱਕ ਕਮੈਂਟ ਵੀ ਜ਼ਰੂਰ ਕਰ ਦੇਣਾ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।